ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਆਪਾਂ ਜੋ ਸੰਥਿਆ ਕਰਨੀ ਹੈ ਉਹ ਹੈ ਅਰਦਾਸ। ਅਸੀਂ ਗੁਰਬਾਣੀ ਦੀ ਸੰਥਿਆ ਕਰਦੇ ਹਾਂ, ਨਿਤਨੇਮ ਦੀ ਸੰਥਿਆ ਕਰਦੇ ਹਾਂ, ਦਸਮ ਪਾਤਸ਼ਾਹ ਦੀ ਬਾਣੀ ਦੀ ਸੰਥਿਆ ਵੀ ਕਰ ਲੈਂਦੇ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਵੀ ਕਰ ਲੈਂਦੇ ਹਾਂ। ਪਰ ਸੰਪਰਦਾਵਾਂ ਤੋਂ ਇਲਾਵਾ ਕਿਤੇ ਵੀ ਇਹ ਧਿਆਨ ਨਹੀਂ ਦਿੱਤਾ ਜਾਂਦਾ ਕਿ ਅਰਦਾਸ ਦੀ ਸੰਥਿਆ ਵੀ ਜ਼ਰੂਰੀ ਹੈ। ਬਹੁਤਾਤ ਵਿੱਚ ਤਾਂ ਇਹ ਹੈ ਕਿ ਸਾਡੇ ਗੁਰਮੁਖ ਪਿਆਰੇ ਨਿਤਨੇਮ ਵੀ ਕਰ ਲੈਂਦੇ ਨੇ, ਸਵੇਰ ਦਾ ਨਿਤਨੇਮ ਵੀ ਪੂਰਾ ਕਰਦੇ ਨੇ, ਸ਼ਾਮ ਦਾ ਵੀ ਕਰਦੇ ਨੇ, ਦਿਨ ਵਿੱਚ ਵੀ ਬਾਣੀ ਪੜ੍ਹਦੇ ਨੇ, ਪਰ ਉਹ ਨਿਤਨੇਮ ਕਰਨ ਤੋਂ ਬਾਅਦ ਅਰਦਾਸ ਬੇਨਤੀ ਹੀ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਜਾਂ ਪੋਥੀ ਸਾਹਿਬ ਦੇ ਅੱਗੇ ਕਿ ਸਤਿਗੁਰੂ ਜੀ ਆਪ ਜੀ ਦਾ ਸ਼ੁਕਰ, ਆਪ ਜੀ ਨੇ ਕਿਰਪਾ ਕੀਤੀ ਹੈ, ਨਿਤਨੇਮ ਆਪ ਜੀ ਨੇ ਕਰਾਇਆ ਹੈ। ਅਰਦਾਸ ਬੇਨਤੀ ਹੀ ਨਹੀਂ ਕਰਦੇ। ਦੂਸਰਾ, ਜਿਹੜੇ ਗੁਰਮੁਖ ਨਿਤਨੇਮ ਕਰਨ ਤੋਂ ਉਪਰੰਤ ਅਰਦਾਸ ਬੇਨਤੀ ਦੁੱਖ ਸੁੱਖ ਦੇ ਵਿੱਚ ਹਰ ਘੜੀ ਅਰਦਾਸ ਬੇਨਤੀ ਕਰਦੇ ਨੇ, ਪਰ ਉਹ ਅਰਦਾਸ ਦੀ ਸੰਥਿਆ ਨਾ ਹੋਣ ਕਰਕੇ ਉਹਨਾਂ ਵਿੱਚ ਬੜੇ ਸ਼ਬਦ ਜਿਹੜੇ ਨੇ ਉਹ ਸਹੀ ਨਹੀਂ ਉਚਾਰਨ ਕਰਦੇ। ਆਪਾਂ ਆਮ ਪਿੰਡਾਂ ਦੇ ਵਿੱਚ ਕਈ ਗ੍ਰੰਥੀ ਸਿੰਘਾਂ ਨੂੰ ਵੀ ਇਸ ਤਰ੍ਹਾਂ ਕਰਦਿਆਂ ਸੁਣਿਆ ਹੈ। ਪਰ ਇੱਕ ਬੇਨਤੀ ਇਹ ਹੈ ਕਿ ਇਸ ਅਰਦਾਸ ਦੇ ਵਿੱਚ ਜੋ ਪਹਿਲੀ ਪੌੜੀ ਹੈ ਉਹ ਦਸਮ ਪਾਤਸ਼ਾਹ ਜੀ ਦੀ ਬਾਣੀ ਚੰਡੀ ਦੀ ਵਾਰ ਵਿੱਚੋਂ ਲਈ ਗਈ ਹੈ। ਬਾਕੀ ਸਿੱਖ ਸਕਾਲਰਸ ਨੇ ਜੋ ਅਰਦਾਸ ਬੇਨਤੀ ਤਿਆਰ ਕੀਤੀ ਹੈ, ਜਿਸ ਵਿੱਚ ਸਿੱਖ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਹੈ। 18ਵੀਂ ਸਦੀ ਦੇ ਉਸ ਸਮੇਂ ਨੂੰ, ਉਸ ਦੌਰ ਨੂੰ ਯਾਦ ਕੀਤਾ ਗਿਆ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ, ਬੰਦ ਕੱਟੇ ਗਏ, ਬੱਚਿਆਂ ਨੂੰ ਮਾਵਾਂ ਦੀਆਂ ਗੋਦੀਆਂ ਵਿੱਚੋਂ ਚੱਕ ਕੇ ਨੇਜਿਆਂ ਦੇ ਉੱਪਰ ਪਰੋਇਆ ਗਿਆ। ਉਹ ਸਾਰਾ ਇਤਿਹਾਸ ਇਸ ਅਰਦਾਸ ਦੇ ਵਿੱਚ ਅੰਕਿਤ ਕੀਤਾ ਗਿਆ ਹੈ। ਹਾਲਾਂਕਿ ਸਤਿਗੁਰਾਂ ਦੇ ਬਚਨ ਹਨ, ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਇਸ ਤੋਂ ਭਾਵ ਇਹ ਹੈ ਕਿ ਅਰਦਾਸ ਦੇ ਕੋਈ ਬੋਲ ਨਹੀਂ ਹੁੰਦੇ, ਕੋਈ ਬਚਨ ਨਹੀਂ, ਕੋਈ ਲਫ਼ਜ਼ ਨਹੀਂ। ਅੰਦਰਲੀ ਜਿਹੜੀ ਵੇਦਨਾ ਹੈ ਜਦੋਂ ਉਹ ਪ੍ਰਗਟ ਹੁੰਦੀ ਹੈ, ਗੁਰਸਿੱਖ ਕਿਤੇ ਵੀ ਹੋਵੇ ਪਰ ਪਿਆਰ ਤੇ ਧਿਆਨ ਗੁਰੂ ਦੇ ਚਰਨਾਂ ਦੇ ਵਿੱਚ ਹੋਵੇ ਤੇ ਉਹ ਅਰਦਾਸ ਪ੍ਰਵਾਨ ਹੋ ਜਾਂਦੀ ਹੈ। ਫਿਰ ਵੀ ਕਿਉਂਕਿ ਇਹ ਪੰਥਕ ਰਵਾਇਤ ਨੂੰ ਮੁੱਖ ਰੱਖੀਏ, ਪੰਥਕ ਜੋ ਸਾਡੀ ਅਰਦਾਸ ਸਿਰਮੌਰ ਹਸਤੀਆਂ ਨੇ ਬੜਾ ਸਮਾਂ ਲਾ ਕੇ ਤਿਆਰ ਕੀਤੀ ਹੈ, ਇੱਕ ਸੰਚੇ ਦੇ ਵਿੱਚ ਢਾਲਿਆ ਗਿਆ ਕਿ ਜੇ ਗੁਰਸਿੱਖ ਨੇ ਅਰਦਾਸ ਕਰਨੀ ਹੈ ਤੇ ਕਿਸ ਤਰ੍ਹਾਂ ਕਰਨੀ ਹੈ। ਛੋਟਿਆਂ ਬੱਚਿਆਂ ਨੂੰ ਜੋ ਗੁਰਬਾਣੀ ਨਾਲ ਜੁੜ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਸਮਝਾਉਣਾ ਹੈ ਕਿ ਨਿਤਨੇਮ ਕਰਨ ਤੋਂ ਉਪਰੰਤ ਅਰਦਾਸ ਕਿਸ ਤਰ੍ਹਾਂ ਕਰਨੀ ਹੈ। ਸੋ ਆਓ ਅਰਦਾਸ ਦੀ ਸੰਥਿਆ ਆਰੰਭ ਕਰੀਏ ਜੀ। ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਸ੍ਰੀ, ਮੈਂ ਸ੍ਰੀ ਨਹੀਂ ਕਹਿ ਰਿਹਾ, ਸ੍ਰੀ ਸੱਸਾ ਪੈਰ ਵਿੱਚ ਰਾਰਾ ਹੈ, ਇੱਥੇ ਰਾਰਾ ਪੂਰਾ ਬੋਲਿਆ ਜਾਵੇਗਾ, ਬਿਹਾਰੀ ਰਾਰੇ ਨੂੰ ਲੱਗੇਗੀ। ਸ੍ਰੀ ਭਗਉਤੀ, ਪੱਬਾ ਗੱਗਾ ਊੜੇ ਨੂੰ ਔਂਕੜ ਤੇ ਤੱਤੇ ਨੂੰ ਬਿਹਾਰੀ, ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪਾਤਸ਼ਾਹੀ ਕਹਿਣਾ, ਪਾਤਸ਼ਾਹੀ ਨਹੀਂ ਕਹਿਣਾ, ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ। ਉੱਪਰ ਪਾਠ ਭਗਉਤੀ, ਪੱਬਾ ਗੱਗਾ ਊੜੇ ਨੂੰ ਔਂਕੜ ਤੇ ਤੱਤੇ ਨੂੰ ਬਿਹਾਰੀ ਸੀ। ਇੱਥੇ ਗੱਗੇ ਨੂੰ ਕਨੌੜਾ ਹੈ, ਭਗਉਤੀ। ਇੱਥੇ ਭਗਉਤੀ ਪੜਾਂਗੇ, ਉੱਥੇ ਭਗਉਤੀ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ। ਲਈ ਈੜੀ ਨੂੰ ਬਿਹਾਰੀ ਲਾ ਕੇ ਨਾਲ ਬਿੰਦੀ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ।
ਅਮਰਦਾਸ ਤੇ ਵਿਸ਼ਰਾਮ ਲੱਗੇਗਾ। ਰਾਮਦਾਸੈ ਹੋਈ ਸਹਾਏ। ਜਿੱਥੇ ਬਿੰਦੀ ਲੱਗੀ ਹੈ ਧਿਆਨ ਰੱਖਣਾ, ਉੱਥੇ ਹੀ ਬਿੰਦੀ ਲਾਉਣੀ ਹੈ। ਕਈ ਗੁਰਮੁਖ ਜਨ ਅਰਦਾਸ ਕਰਦੇ ਆ ਰਾਮਦਾਸੈ, ਇਸ ਤਰ੍ਹਾਂ ਬਿੰਦੀ ਲਾ ਜਾਂਦੇ ਨੇ। ਰਾਮਦਾਸੈ ਨਹੀਂ ਕਹਿਣਾ, ਰਾਮਦਾਸੈ ਹੋਈ, ਈੜੀ ਨੂੰ ਬਿਹਾਰੀ ਹੈ ਦੇ ਨਾਲ ਬਿੰਦੀ ਹੈ। ਸਹਾਏ। ਅਰਜਨ ਹਰਗੋਬਿੰਦ ਨੂੰ ਨੋ, ਅਰਜਨ ਹਰਗੋਬਿੰਦ ਨੋ ਪਾਠ ਕਰਨਾ, ਇੱਥੇ ਨਾਲੇ ਵਿਸ਼ਰਾਮ ਵੀ ਹੈ। ਸਿਮਰਾਓ, ਸਿਮਰਾਓ ਰਾਰੇ ਨੂੰ ਕਨੌੜਾ ਲਾ ਕੇ। ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੈ, ਡਿਠੇ ਨਹੀਂ ਕਹਿਣਾ ਪਾਠ, ਡਿਠੈ। ਜਿਸ ਡਿਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਇ। ਤੇਗ ਬਹਾਦਰ ਸਿਮਰਿਐ, ਇੱਥੇ ਬਹੁਤਾਤ ਵਿੱਚ ਇਹ ਗਲਤੀ ਕੀਤੀ ਜਾਂਦੀ ਹੈ ਕਿ ਗੁਰ ਤੇਗ ਬਹਾਦਰ ਸਿਮਰਿਐ। ਤੇਗ ਤੋਂ ਪਹਿਲਾਂ ਗੁਰ ਲਾਇਆ ਜਾਂਦਾ ਹੈ, ਗੁਰ ਤੇਗ ਬਹਾਦਰ। ਗੁਰ ਨਹੀਂ ਲਾਉਣਾ, ਤੇਗ ਬਹਾਦਰ ਸਿਮਰਿਐ, ਇਸ ਤਰ੍ਹਾਂ ਇਹ ਪਾਠ ਠੀਕ ਹੈ। ਦੂਸਰਾ ਗਲਤੀ ਕਰਦੇ ਨੇ ਸਿਮਰੀਐ, ਰਾਰੇ ਨੂੰ ਬਿਹਾਰੀ ਲਾ ਕੇ ਪੜ੍ਹਦੇ ਨੇ, ਇਹ ਵੀ ਨਹੀਂ। ਇੱਥੇ ਪਾਠ ਸਿਮਰਿਆ ਹੈ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਇ। ਸਭ ਥਾਈ ਹੋਇ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਇ ਸਹਾਇ। ਪਾਠ ਆਪਾਂ ਪੜ੍ਹਿਆ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਕਈ ਗੁਰਮੁਖ ਜਨ 10ਵਾਂ ਪੜ੍ਹਦੇ ਹਨ, 10ਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। 10ਵਾਂ ਅਤੇ 10ਵੇਂ ਦੇ ਵਿੱਚ ਕੀ ਫਰਕ ਹੈ? ਕਿਉਂਕਿ ਜਦੋਂ ਆਪਾਂ ਪੜ੍ਹਦੇ ਹਾਂ ਪਹਿਲੇ ਗੁਰੂ, ਦੂਜੇ ਗੁਰੂ, ਤੀਜੇ ਗੁਰੂ, ਚੌਥੇ, ਪੰਜਵੇਂ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ ਅਤੇ 10ਵੇਂ ਇੱਕ ਲੜੀ ਵਿੱਚ ਵੇਖਦੇ ਹਾਂ। 10 ਗੁਰੂ ਸਾਹਿਬਾਨ ਅਤੇ ਫਿਰ 10 ਗੁਰੂਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਾਂ 10ਵੇਂ ਹੀ ਆਵੇਗਾ, ਵਾਵੇ ਨੂੰ ਲਾਂ ਲੱਗੇਗੀ। ਅਤੇ ਜੇਕਰ ਆਪਾਂ ਇਸ ਲੜੀ ਨੂੰ ਨਿਖੇੜਾਂਗੇ ਅਤੇ ਫਿਰ ਪਹਿਲਾ ਗੁਰੂ, ਦੂਜਾ ਗੁਰੂ, ਤੀਜਾ ਗੁਰੂ, ਚੌਥਾ ਗੁਰੂ, ਪੰਜਵਾਂ ਗੁਰੂ, ਛੇਵਾਂ, ਸੱਤਵਾਂ, ਅੱਠਵਾਂ, ਨੌਵਾਂ ਅਤੇ 10ਵਾਂ, ਉਹ ਇੱਕ ਵੱਖਰਾ ਪ੍ਰਕਰਨ ਬਣਦਾ ਹੈ। ਕਿਉਂਕਿ ਇੱਕ ਕੜੀ ਨਹੀਂ ਬਣਦੀ। ਜਿਸ ਤਰ੍ਹਾਂ ਆਪਾਂ 10 ਗੁਰੂਆਂ ਦੀ ਇੱਕ ਕੜੀ ਦੇਖਦੇ ਹਾਂ ਕਿ 10 ਗੁਰੂ ਸਾਹਿਬਾਨ ਨੇ ਇੰਨਾ ਸਮਾਂ, ਹਰ ਇੱਕ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਸਾਹਿਬ ਤੋਂ ਆਰੰਭ ਹੋਇਆ ਸਿੱਖ ਪੰਥ, ਅੱਗੇ ਜੋ ਕਾਰਜ ਗੁਰੂ ਸਾਹਿਬਾਨ ਨੇ, ਬਾਕੀ ਗੁਰੂ ਸਾਹਿਬਾਨ ਨੇ ਕੀਤੇ, ਤਾਂ ਇਹ ਸਿੱਖੀ ਦਾ ਇੱਕ ਸੋਹਣਾ ਮਹੱਲ ਤਿਆਰ ਹੋਇਆ। ਉਸ ਕੜੀ ਵਿੱਚ ਵੇਖੀਏ ਤਾਂ 10ਵੇਂ ਪਾਤਸ਼ਾਹ, ਬਾਕੀ ਜੋ ਇੱਥੇ ਇਹਨਾਂ 17 ਦੀਆਂ ਜੋ ਲਾਈਨਾਂ ਨੇ ਉਹਨਾਂ ਨੂੰ ਵੀ ਪੜ੍ਹਿਆ 10ਵੇਂ ਪਾਠ ਜਿਹੜਾ ਹੈ ਉਹ ਜ਼ਿਆਦਾ ਠੀਕ ਲੱਗਦਾ ਹੈ ਲਾਂ ਦੇ ਨਾਲ। ਸਭ ਥਾਈ ਹੋਇ ਸਹਾਇ। 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਵਿਸ਼ਰਾਮਾਂ ਦਾ ਧਿਆਨ ਰੱਖਣਾ, ਦੇ ਤੇ ਵਿਸ਼ਰਾਮ ਲੱਗੇਗਾ। ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ। 5 ਪਿਆਰਿਆਂ 4 ਸਾਹਿਬਜ਼ਾਦਿਆਂ 40 ਮੁਕਤਿਆਂ 8 ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਗ ਚਲਾਈ ਤੇਗ ਵਾਹੀ। ਇੱਥੇ ਕਈ ਗੁਰਮੁਖ ਜਨ ਗਲਤੀ ਕਰਦੇ ਹਨ, ਵਹਾਈ ਕਹਿੰਦੇ ਨੇ, ਵਹਾਈ, ਵਹਾਈ ਨਹੀਂ ਕਹਿਣਾ, ਤੇਗ ਵਾਹੀ ਜਾਂਦੀ ਹੈ, ਤੇਗ ਚਲਾਈ ਜਾਂਦੀ ਹੈ। ਸ਼੍ਰੀ ਸਾਹਿਬ ਜਿਵੇਂ ਦੇਗ ਚਲਾਈ, ਲੰਗਰ ਚਲਾਏ,
तेग वाही जंग कीते, वाही कहना तेग वाही। देख के अणडिठ कीता, अणडिठ कीता तिन्ना प्यारिਆਂ सचियारिਆਂ ਦੀ कमाई ਦਾ ਧਿਆਨ ਧਰ ਕੇ। ਇੱਥੇ ਰੁਕਣਾ ਹੈ। ਖਾਲਸਾ जी फिर रुकना, बोलो जी वाहिगुरू। एक होर ध्यान रखना, ਜਦੋਂ ਵੀ ਗੁਰੂ ਘਰ ਦੇ ਵਿੱਚ ਗੁਰੂ का ਵਜ਼ੀਰ ਗ੍ਰੰਥੀ ਸਿੰਘ ਅਰਦਾਸ ਬੇਨਤੀ ਕਰ ਰਿਹਾ ਹੋਵੇ ਤਾਂ ਆਪਾਂ ਉਹਨਾਂ ਦੇ ਨਾਲ ਨਾਲ ਇਹਨਾਂ ਪੰਕਤੀਆਂ ਦਾ ਦੁਹਰਾਓ ਨਹੀਂ ਕਰਨਾ। ਜਿਸ ਤਰ੍ਹਾਂ ਗ੍ਰੰਥੀ ਸਿੰਘ ਅਰਦਾਸ ਬੇਨਤੀ ਕਰ ਰਿਹਾ ਹੈ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਤੇ ਨਾਲ ਨਾਲ ਕਈ ਗੁਰਮੁਖ ਜਨ ਬੋਲਦੇ ਨੇ ਉੱਚਾ ਉੱਚਾ। ਨਹੀਂ ਜੀ, ਬਿਲਕੁਲ ਨਹੀਂ ਬੋਲਣਾ। ਜੋ ਅਖੀਰ ਵਿੱਚ ਬੋਲਿਆ ਜਾਂਦਾ ਹੈ, ਬੋਲੋ ਜੀ ਵਾਹਿਗੁਰੂ, ਉਸ ਵੇਲੇ ਸਾਰੀ ਸੰਗਤ ਨੇ ਨਾਲ ਬੋਲਣਾ ਹੈ। ਪਹਿਲਿਆਂ ਬੋਲਾਂ ਦੇ ਵਿੱਚ ਨਹੀਂ ਬੋਲਣਾ, ਬਲਕਿ ਉਸ ਵੇਲੇ ਇਕਾਗਰ ਚਿੱਤ ਖੜੇ ਹੋ ਕਰਕੇ ਹੱਥ ਜੁੜੇ ਹੋਣ, ਪੈਰ ਜੁੜੇ ਹੋਣ, ਧਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੱਲੇ ਹੋਵੇ। ਸੁਰਤੀ ਦੇ ਵਿੱਚ ਜੋ ਗਿਆਨੀ ਜੀ, ਜੋ ਗ੍ਰੰਥੀ ਸਿੰਘ ਜੀ ਅਰਦਾਸ ਬੇਨਤੀ ਕਰ ਰਹੇ ਨੇ, ਉਹ ਸਾਡੇ ਸੁਰਤੀ ਦੇ ਵਿੱਚ ਇਤਿਹਾਸ ਸਾਡੇ ਚੱਲ ਰਿਹਾ ਹੋਵੇ। ਪੰਜਾਂ ਪਿਆਰਿਆਂ ਦਾ ਨਾਮ ਲਿਆ, ਪੰਜ ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਇਹ ਸਾਨੂੰ ਯਾਦ ਆਉਣ। ਚਾਰ ਸਾਹਿਬਜ਼ਾਦਿਆਂ ਦਾ ਜਦੋਂ ਗ੍ਰੰਥੀ ਸਿੰਘ ਨੇ ਨਾਮ ਲਿਆ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਯਾਦ ਹੋਣ। 40 ਮੁਕਤਿਆਂ ਦੀ ਗੱਲ ਹੋਈ ਤੇ ਸਾਨੂੰ ਮੁਕਤਸਰ ਸਾਹਿਬ ਦਾ ਉਹ ਜੰਗ ਯਾਦ ਆਵੇ। ਇਸੇ ਤਰ੍ਹਾਂ ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਬੜੇ ਮਹਾਂਪੁਰਖ, ਬੜੇ ਸਾਧੂ, ਬੜੇ ਗੁਰਮੁਖ ਜਨ ਹੋਏ ਹਨ। ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਸਾਰਾ ਉਹ ਸਮਾਂ ਜਿਹੜਾ 18ਵੀਂ ਸਦੀ ਦਾ ਸਾਡੇ ਅੱਖਾਂ ਦੇ ਸਾਹਮਣੇ ਆਉਂਦਾ ਹੈ, ਉਹ ਯਾਦ ਆਵੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ। ਇਹ ਪਾਠ ਚਰਖੀਆਂ ਆਉਂਦਾ, ਚਰਖੀਆਂ ਤੇ ਚੜੇ। ਜੋ ਆਪਾਂ ਸਿੱਖ ਰਹਿਤ ਮਰਿਆਦਾ ਨੂੰ ਪੜ੍ਹਦੇ ਹਾਂ ਤਾਂ ਚਰਖੀਆਂ ਪਾਠ ਆਉਂਦਾ ਹੈ। ਬਾਅਦ ਵਿੱਚ ਹੋਰ ਐਡੀਸ਼ਨ ਕਰ ਦਿੱਤੀ ਗਈ, ਚਰਖੜੀਆਂ ਪਾਠ ਕਰ ਦਿੱਤਾ ਗਿਆ। ਚਰਖੀਆਂ ਤੇ ਚੜੇ ਜਾਂ ਚਰਖੜੀਆਂ ਵੀ ਜਿਹੜਾ ਪਾਠ, ਕਿਉਂਕਿ ਅਰਥ ਉਹੋ ਹੀ ਹੈ। ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ। ਤਿਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ। ਸੋ ਅੱਜ ਤੱਕ ਆਪਾਂ ਇੰਨੀ ਹੀ ਅਰਦਾਸ ਬੇਨਤੀ ਦੀ ਜਿਹੜੀ ਸੰਥਿਆ ਹੈ ਉਹ ਕਰਾਂਗੇ। ਅਗਲੀ ਸੰਥਿਆ ਆਪਾਂ ਅਗਲੀ ਕਲਿੱਪ ਦੇ ਵਿੱਚ, ਵੀਡੀਓ ਕਲਿੱਪ ਵਿੱਚ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।